कृष्ण जी, मैं पहला भी क्या हुण भी असीं बड़े क्लीयर कहने आ कि भारतीय जनता पार्टी किसानां दी पार्टी है, किसान हितैषी पार्टी है और ਜਿਹੜੇ भी कृषि कानून लिआंदे ने किसानां दे भले वास्ते लिआंदे ने जी ठीक है। अलग अलग मत हो सकते हैं, किसी ਨੂੰ ਉਹ ਕਾਨੂੰਨ ਠੀਕ ਲੱਗ ਸਕਦੇ ਨੇ, ਕਿਸੇ ਦਾ ਉੱਤੇ ਵਿਰੋਧ ਵੀ ਹੋ ਸਕਦਾ ਹੈ। ਡੈਮੋਕ੍ਰੇਸੀ ਹੈਗੀ ਹੈ, ਹਰ ਇੱਕ ਨੂੰ ਆਪਣਾ ਮਤ ਬਣਾਉਣ ਦਾ ਅਧਿਕਾਰ ਹੈ ਔਰ ਗੱਲ ਰੱਖਣ ਦਾ ਅਧਿਕਾਰ ਹੈ ਜੀ। ਔਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇੰਨੇ ਸਮੇਂ ਤੋਂ ਸਾਡੇ ਭੈਣ ਭਰਾ, ਕਿਉਂਕਿ ਸਾਡੇ ਭੈਣ ਭਰਾ ਨੇ ਕਿਸਾਨ ਵੀਰ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਨੇ ਔਰ ਕੁਝ ਅੱਛੀ ਸੰਖਿਆ ਦੇ ਵਿੱਚ ਵਿਚਾਰਿਆਂ ਦੀ ਜਾਨਾਂ ਵੀ ਗਈਆਂ ਔਰ ਸਾਨੂੰ ਉਸ ਗੱਲ ਦਾ ਵੀ ਬਹੁਤ ਦੁੱਖ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੱਲਬਾਤ ਸਿਰੇ ਕਿਵੇਂ ਚੜੇਗੀ। ਮੇਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ, ਬੇਨਤੀ ਹੈ ਕਿ ਯੈਸ-ਨੋ ਦੇ ਗੇਟ ਤੋਂ ਬਾਹਰ ਆਈਏ, ਖੁੱਲੇ ਮਨ ਨਾਲ ਗੱਲ ਕਰੀਏ। ਕੇਂਦਰ ਸਰਕਾਰ ਵੀ ਖੁੱਲੇ ਮਨ ਨਾਲ ਗੱਲ ਕਰੇ, ਤੁਸੀਂ ਵੀ ਖੁੱਲੇ ਮਨ ਨਾਲ ਗੱਲ ਕਰੋ। ਨਾ ਕੋਈ ਪ੍ਰੀ ਕੰਡੀਸ਼ਨ ਤੁਸੀਂ ਰੱਖੋ, ਨਾ ਕੋਈ ਹੋਰ ਰੱਖੇ। ਪਰ ਜੇ ਆਪਾਂ ਇਹ ਕਹਾਂਗੇ ਕਿ ਅਸੀਂ ਯੈਸ-ਨੋ ਤੋਂ ਜੇ ਅਸੀਂ ਆਣਾ ਤੇ ਸਿਰਫ ਰੱਦ ਕਰਾਣੀ ਆਣਾ ਹੈ, ਗੱਲਬਾਤ ਕਰਨੀ ਹੈ ਤੇ ਰੱਦ ਹੀ ਕਰਾ ਕੇ ਹੀ ਹਟਣੇ ਆ, ਤੇ ਗੱਲਬਾਤ ਕਿਸੇ ਸਿਰੇ ਨਹੀਂ ਚੜ ਸਕਦੀ, ਕਿਉਂਕਿ ਆਪਾਂ ਪਹਿਲਾਂ ਹੀ ਉਸ ਗੱਲ ਦੇ ਉੱਤੇ ਆਪਾਂ ਆ ਗਏ ਆ। ਮੇਰੀ ਇੱਕ ਕਿਸ਼ਨ ਜੀ, ਮੈਨੂੰ ਸਿਰਫ 2 ਮਿੰਟ ਦੇ ਦੇਣਾ। ਇਹਦਾ ਕਾਰਨ ਕੀ ਹੈ? ਇਹ ਐਜੀਟੇਸ਼ਨ ਦੀ ਸਮੱਸਿਆ ਖਤਮ ਕਿਉਂ ਨਹੀਂ ਹੋ ਰਹੀ? ਕਿਸਾਨਾਂ ਦੀ ਸਮੱਸਿਆ ਮੈਂ 1 ਮਿੰਟ ਲਈ ਮੰਨ ਵੀ ਲਵਾਂ ਕਿ ਕ੍ਰਿਸ਼ੀ ਕਾਨੂੰਨ ਰੱਦ ਹੋ ਜਾਂਦੇ ਆ, ਯਾਨੀ ਕਿ ਪੋਸਟਪੋਨ ਹੋ ਜਾਏ, ਕੁਝ ਵੀ ਹੋ ਜਾਂਦਾ ਹੈ। 1 ਮਿੰਟ ਲਈ ਮੈਂ ਹਾਈਪੋਥੈਟੀਕਲ ਇੱਕ ਕੁਐਸਚਨ ਹੈ, ਇਹ ਰੱਦ ਵੀ ਹੋ ਜਾਂਦੇ ਆ। ਮੈਨੂੰ ਇਹ ਦੱਸੋ, ਇਹਦੇ ਨਾਲ ਪੰਜਾਬ ਦੇ ਫਾਰਮਰਸ ਨੂੰ ਕੀ ਫਾਇਦਾ ਹੋਏਗਾ? ਇਹ 2 ਕਾਨੂੰਨ ਨੇ ਮੇਨ, ਇੱਕ APMC ਔਰ ਇੱਕ ਕੰਟਰੈਕਟ ਫਾਰਮਿੰਗ ਮਾਰਕੀਟ ਕਮੇਟੀ, 2 ਹੀ ਕਾਨੂੰਨ ਨੇ ਨਾ ਜੀ। ਬਿਲਕੁਲ। ਜਿੱਥੇ ਤੱਕ ਮਾਰਕੀਟ ਕਮੇਟੀਆਂ ਦਾ ਗੱਲ ਹੈ, ਪੰਜਾਬ ਦੇ ਵਿੱਚ ਤੇ ਆਲਰੇਡੀ ਕਾਂਗਰਸ ਦੀ ਸਰਕਾਰ ਨੇ 2006 ਦੇ ਵਿੱਚ ਪ੍ਰਾਈਵੇਟ ਮਾਰਕੀਟ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ 2017 ਚ ਜੋ ਹੁਣ ਸੱਤਾ ਚ ਆਈ, ਉਹਨੇ ਸੀਜ਼ਨਲ ਮਾਰਕੀਟ ਯਾਰਡ, ਸਪੈਸ਼ਲ ਮਾਰਕੀਟ ਯਾਰਡ, ਪ੍ਰਾਈਵੇਟ ਮਾਰਕੀਟ ਯਾਰਡ, ਪਬਲਿਕ ਮਾਰਕੀਟ ਯਾਰਡ, ਪ੍ਰੋਡਿਊਸਰ ਕੰਜ਼ਿਊਮਰ ਮਾਰਕੀਟ ਯਾਰਡ, ਪ੍ਰੋਡਿਊਸਰ ਮਾਰਕੀਟ ਯਾਰਡ, ਈ ਟ੍ਰੇਡਿੰਗ, ਡਾਇਰੈਕਟ ਟ੍ਰੇਡਿੰਗ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਜਿਹਦਾ ਕਹਿੰਦੇ ਨਾ ਅਸੀਂ ਵਿਰੋਧ ਕਰ ਰਹੇ ਹਾਂ ਜੀ ਅੰਬਾਨੀ ਅਡਾਨੀ ਦਾ, ਇਹਨਾਂ ਦੇ ਉਹਦੇ ਚ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਕੋਲਡ ਸਟੋਰੇਜ, ਪ੍ਰੀ ਕੂਲਿੰਗ ਫੈਸਿਲਿਟੀ ਔਰ ਪੈਕਿੰਗ ਹਾਊਸਿਸ ਦੇ ਵਿੱਚ ਅਸੀਂ ਪ੍ਰਾਈਵੇਟ ਐਂਟਰਪ੍ਰੀਨਿਓਰਸ ਨੂੰ ਇਨਵਾਈਟ ਕਰਾਂਗੇ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ ਅਸੀਂ ਇਹ ਚੀਜ਼ਾਂ। ਠੀਕ ਹੈ, ਪਰ ਸਰੀਨ ਸਾਹਿਬ ਮੈਂ ਰੋਕਣਾ ਚਾਹੂੰਗਾ। 1 ਮਿੰਟ, ਨਹੀਂ 1 ਮਿੰਟ ਦੇ ਦਿਓ ਗੱਲ, 1 ਮਿੰਟ ਦੇ ਦਿਓ। ਫਿਰ ਆ ਜੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਔਰ ਇਹ ਕਾਂਗਰਸ ਦੇ 2017 ਦੇ ਮੈਨੀਫੈਸਟੋ ਚ ਵੀ ਹੈਗਾ ਔਰ 2019 ਦੇ ਮੈਨੀਫੈਸਟੋ ਚ ਵੀ ਹੈਗਾ ਕਿ ਅਸੀਂ APMC ਐਕਟ ਨੂੰ ਖਤਮ ਕਰਾਂਗੇ, ਫ੍ਰੀ ਟ੍ਰੇਡਿੰਗ ਕਰਾਂਗੇ। ਹੁਣ ਅੱਜ ਅਕਾਲੀ ਦਲ ਦੇ ਉੱਤੇ, ਅਕਾਲੀ ਦਲ ਬੜੇ ਜ਼ੋਰ ਸ਼ੋਰ ਦੇ ਨਾਲ, ਮੈਂ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਦੇ ਨਾਲ ਖੜੇ ਆ, ਅਸੀਂ ਧਰਨੇ ਵੀ ਦੇਵਾਂਗੇ, ਉੱਥੇ ਆਪਣੀਆਂ ਟੀਮਾਂ ਵੀ ਭੇਜੀਆਂ, ਸਾਨੂੰ ਕੋਈ ਇਤਰਾਜ਼ ਨਹੀਂ ਆ, ਡੈਮੋਕ੍ਰੈਟਿਕ ਰਾਈਟ। ਲੇਕਿਨ ਮੈਨੂੰ ਕਲੀਅਰ ਸਾਹਿਬ ਇਹ ਦੱਸ ਸਕਦੇ ਹੋ 2013 ਦਾ ਕੰਟਰੈਕਟ ਫਾਰਮਿੰਗ ਐਕਟ ਕੌਣ ਲੈ ਕੇ ਆਇਆ? ਕਿਸਾਨ ਨੂੰ 1 ਮਹੀਨੇ ਦੀ ਜੇਲ੍ਹ ਕਿੰਨੇ ਪ੍ਰੋਵਾਈਡ ਕੀਤੀ? 5 ਲੱਖ ਦਾ ਜੁਰਮਾਨਾ ਕਿੰਨੇ ਪ੍ਰੋਵਾਈਡ ਕੀਤਾ? ਇਹ ਤੁਹਾਡੀ ਸਰਕਾਰ ਹੈ ਜਿਹੜੀ ਕਿਸਾਨ ਹਿਤੈਸ਼ੀ ਬਣਦੀ ਸੀਗੀ। ਅੱਜ ਤੁਸੀਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਹੋ। ਕੰਟਰੈਕਟ ਫਾਰਮਿੰਗ ਦੇ ਵਿੱਚ BJP ਦਾ ਜਿਹੜਾ ਕੰਟਰੈਕਟ ਫਾਰਮਿੰਗ ਹੈ, ਉਸ ਕਿਸਾਨ ਨੂੰ ਟੋਟਲੀ ਸੇਫਗਾਰਡ ਕੀਤਾ ਗਿਆ। ਠੀਕ ਹੈ, ਠੀਕ ਹੈ। ਹੁਣ ਕਿਸੇ ਦੀ ਸਗਲ ਸੁਣ ਲਓ ਮੇਰੀ ਗੱਲ। ਹੁਣ ਰਹਿ ਗਈ ਤੀਜੀ ਗੱਲ, ਆਪ ਦੀ। ਆਪ ਦਾ ਆ ਮੈਨੀਫੈਸਟੋ ਹੈ, ਇਹਦੇ ਚ ਕੀ ਕਹਿੰਦੇ ਨੇ? APMC Act shall be allowed to amended to allow farmers to sell their produce to the buyers and markets of their choice in and outside the state. ਫਿਰ 23 ਨਵੰਬਰ 2020 ਦੇ ਵਿੱਚ ਨਵੇਂ ਐਕਟ ਨੂੰ ਅਮੈਂਡ ਕਰਨ ਵਾਸਤੇ ਇਹਨਾਂ ਨੇ ਆਪਣੇ ਉੱਥੇ ਜਿਹੜੇ ਮਾਰਕੀਟ ਯਾਰਡ ਜਿਹੜੇ ਹੋਣਗੇ, ਸਰਕਾਰੀ ਮਾਰਕੀਟ ਯਾਰਡ, ਉਹਨਾਂ ਨੂੰ ਨੋਟੀਫਾਈ ਕੀਤਾ ਹੈ ਤਾਂ ਕਿ ਬਾਕੀ ਥਾਵਾਂ ਤੇ ਪ੍ਰਾਈਵੇਟ ਮਾਰਕੀਟ ਯਾਰਡ ਐਸਟੈਬਲਿਸ਼ ਹੋ ਸਕੇ। ਠੀਕ ਹੈ। ਮੇਰਾ ਕਹਿਣਾ ਇਹ ਹੈ, ਕਥਨੀ ਔਰ ਕਰਨੀ ਚ ਫਰਕ ਹੈ। ਜੇ ਸਹੀ ਮਾਨੇ ਦੇ ਵਿੱਚ, ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ, ਅੱਜ ਤੁਸੀਂ ਦਿੱਲੀ ਧਰਨੇ ਲਾ ਕੇ ਬੈਠੇ ਹੋ। 2013 ਨੂੰ ਕਿੱਥੇ ਸੀਗੇ ਜਦੋਂ ਕੰਟਰੈਕਟ ਫਾਰਮਿੰਗ ਤੁਹਾਨੂੰ ਜੇਲ੍ਹ ਦੀ ਪ੍ਰੋਵੀਜ਼ਨ ਕੀਤੀ ਗਈ ਸੀਗੀ? ਉਦੋਂ ਕਿਉਂ ਨਹੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਇਆ? 2017 ਦੇ ਵਿੱਚ APMC ਐਕਟ ਅਮੈਂਡ ਕੀਤਾ, ਪ੍ਰਾਈਵੇਟ ਮਾਰਕੀਟ ਯਾਰਡ ਲਿਆਂਦੇ, ਉਦੋਂ ਤੁਸੀਂ ਕਿੱਥੇ ਸੀ? ਕਿਉਂ ਨਹੀਂ ਧਰਨੇ ਲਾਏ ਉਸ ਵੇਲੇ ਪੰਜਾਬ ਸਰਕਾਰ ਦੇ ਖਿਲਾਫ? ਤੁਸੀਂ ਦਿੱਲੀ ਧਰਨੇ ਲਾਉਣ ਚਲੇ ਗਏ ਹੋ, ਪੰਜਾਬ ਦੇ ਐਕਟ ਕਿਉਂ ਨਹੀਂ ਤੁਸੀਂ ਕੈਂਸਲ ਕਰਾਏ ਹਜੇ ਤੱਕ? ਔਰ ਇਹ ਤਿੰਨਾਂ ਪਾਰਟੀਆਂ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ ਨੂੰ ਕਹਿੰਦੇ ਹੋ ਕਿ ਐਕਟ ਅਮੈਂਡ ਜਿਹੜੇ ਆਪਣੇ ਵਾਪਸ ਲੈ ਲਓ, ਤੁਸੀਂ ਪਹਿਲਾਂ ਆਪਣੇ ਸਟੇਟ ਦੇ ਐਕਟ ਵਾਪਸ ਲੈ ਸਕਦੇ ਹੋ, ਤੁਹਾਡੀ ਵਿਧਾਨ ਸਭਾ ਹੈ। ਠੀਕ ਹੈ, ਤੁਸੀਂ ਉੱਥੇ ਸੈਂਟਰ ਦੇ। ਪਹਿਲਾਂ ਮੈਂ ਜਿਹੜੇ ਆਪਣੇ ਸਾਥੀਆਂ ਨੇ, ਮੇਰੇ ਤਿੰਨੋਂ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ, ਜਿਹੜੇ ਮੈਂ ਪ੍ਰਸ਼ਨ ਕੀਤੇ ਉਹਦਾ ਇੱਕ ਵੀ ਜਵਾਬ ਨਹੀਂ ਦਿੱਤਾ। ਕਲੇਰ ਸਾਹਿਬ, ਤੁਸੀਂ ਵੀ ਵਕੀਲ ਭਰਾ ਹੋ, ਮੇਰੇ ਅਜ਼ੀਜ਼ ਹੋ, ਛੋਟੇ ਵੀਰ ਹੋ, ਮੈਨੂੰ ਇਹ ਦੱਸੋ, ਜੇ ਐਕਟ
ਨੋਟੀਫਾਈ ਹੋ ਜਾਵੇ ਔਰ ਐਕਟ ਬਣ ਜਾਵੇ, ਇਹਦਾ ਮਤਲਬ ਸਰਕਾਰ ਦੀ ਉਹ ਮਨਸ਼ਾ ਹੁੰਦੀ ਹੈ। ਤੁਹਾਡੀ ਆ 16 ਅਪ੍ਰੈਲ 2013 ਦਾ ਆ ਨੋਟੀਫਿਕੇਸ਼ਨ ਹੈ, ਤੁਹਾਡੀ ਸਰਕਾਰ ਦੀ ਨੋਟੀਫਿਕੇਸ਼ਨ ਹੈ। ਆ ਥੱਲੇ ਪੜ੍ਹ ਲਓ, 1 ਮਹੀਨੇ ਦੀ ਕੈਦ ਕਿਸਾਨ ਨੂੰ ਔਰ 5 ਲੱਖ ਰੁਪਏ ਦਾ ਜੁਰਮਾਨਾ ਹੈ। ਇਹ ਮਨਸ਼ਾ ਕੀ ਸੀਗੀ ਐਕਟ ਲਿਆਉਣ ਦੀ? ਫਿਰ ਜੇ ਆਪਾਂ ਕਿਸਾਨ ਹੀ ਤੈਸ਼ੀ ਸੀਗੇ ਤੇ ਆਪਾਂ ਇਹ ਐਕਟ ਕਿਉਂ ਲਿਆਂਦਾ? ਹੁਣ ਆਪਾਂ ਕਹਿੰਦੇ ਜੋ ਕਮਿਸ਼ਨ ਨਹੀਂ ਬਣਾਇਆ ਇਸ ਕਰਕੇ ਇੰਪਲੀਮੈਂਟ ਨਹੀਂ ਹੋਇਆ। ਇਹ ਐਕਟ ਲਿਆਉਣ ਦੇ ਪਿੱਛੇ ਮਨਸ਼ਾ ਕੀ ਸੀ? ਕਿ ਕਿਸਾਨ ਨੂੰ ਜੇਲ੍ਹ ਭੇਜਣਾ ਤੁਸੀਂ, ਕਿਸਾਨ ਦੇ ਉੱਤੇ ਕੰਟਰੈਕਟ ਫਾਰਮਿੰਗ ਦੇ 5 ਲੱਖ ਦਾ ਜੁਰਮਾਨਾ ਲਾਣਾ। ਫਿਰ ਉਹੀ ਗੱਲ ਜਿਹੜੀ ਦੂਜੀ ਕਹਿੰਦੇ ਆ ਕਲੌਜ਼ ਨੰਬਰ 26 ਦੇ ਵਿੱਚ ਨੋ ਸਿਵਲ ਕੋਰਟ ਜੁਰਿਡਿਕਸ਼ਨ, ਜਿਹਦਾ ਰੌਲਾ ਪਾਉਂਦੇ ਨੇ ਕਿ ਸਿਵਲ ਕੋਰਟ ਦੀ ਜੁਰਿਡਿਕਸ਼ਨ ਖੋਲ ਲਈ। ਮੇਰੇ ਆਪ ਦੇ ਭਰਾ ਨੇ ਬੜਾ ਅੱਛਾ ਪ੍ਰਸ਼ਨ ਚੱਕਿਆ। ਜਦੋਂ ਤੁਸੀਂ ਮੈਨੀਫੈਸਟੋ ਦੇ ਵਿੱਚ APMC ਐਕਟ ਨੂੰ ਅਮੈਂਡ ਕਰਨ ਦੀ ਗੱਲ ਕੀਤੀ, ਉਦੋਂ ਤੁਹਾਨੂੰ ਕਿਸਾਨ ਹਿਤੈਸ਼ੀ ਨਹੀਂ ਸੀ ਦਿਖਦਾ ਪਿਆ। ਤੁਸੀਂ ਐਸੈਂਸ਼ੀਅਲ ਕਮੋਡਿਟੀ ਤੇ ਬੜਾ ਵੱਡਾ ਲੈਕਚਰ ਦਿੱਤਾ, ਲੇਕਿਨ ਸਟੈਂਡਿੰਗ ਕਮੇਟੀ ਦੇ ਵਿੱਚ ਭਗਵੰਤ ਮਾਨ ਦੇ ਉਹ ਸਿਗਨੇਟਰੀ ਹੈ, ਉਸ ਕਮੇਟੀ ਦਾ ਮੈਂਬਰ ਹੈ ਜਿਸ ਨੇ ਕਿਹਾ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇਸ਼ ਦੇ ਹਿੱਤ 'ਚ ਹੈ, ਉਹਨੂੰ ਜਲਦੀ ਇੰਪਲੀਮੈਂਟ ਕੀਤਾ ਜਾਵੇ। ਉਸ ਵੇਲੇ ਤੁਸੀਂ ਭਗਵੰਤ ਮਾਨ ਨੂੰ ਨਹੀਂ ਪੁੱਛਿਆ ਕਿ ਤੁਸੀਂ ਕੀ ਕਹਿ ਰਹੇ ਹੋ? ਪਾਰਟੀ ਦਾ ਸਟੈਂਡ ਕੁਛ ਹੈ, ਭਗਵੰਤ ਮਾਨ ਪਾਰਲੀਮੈਂਟ 'ਚ ਕੁਛ ਸਟੈਂਡ ਲੈਂਦਾ। ਮੈਂ ਕਾਂਗਰਸ ਦੇ ਵੀਰਾਂ ਨੂੰ ਪੁੱਛਣਾ ਚਾਹੁੰਦਾ, ਆ ਤੁਹਾਡੇ ਮੈਨੀਫੈਸਟੋ ਨੇ ਅੱਜ ਤੱਕ ਕਿਹੜਾ ਮੈਨੀਫੈਸਟੋ ਦਾ ਤੁਸੀਂ ਪੂਰਾ ਕੀਤਾ? ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦੇ ਹੋ। ਮੈਂ ਪੁੱਛਦਾ 2017 ਦੀਆਂ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ, ਉਹੀ ਕਲੌਜ਼ਸ, ਉਹੀ ਚੀਜ਼ਾਂ ਕੇਂਦਰ ਸਰਕਾਰ ਦੇ ਐਕਟ 'ਚ ਹੈਗੀਆਂ। ਤੁਸੀਂ ਜੇ ਕੇਂਦਰ ਸਰਕਾਰ ਨੂੰ ਕਹਿੰਦੇ ਹੋ ਐਕਟ ਵਾਪਸ ਕਰਨਾ ਚਾਹੀਦਾ, ਕਿਸਾਨ ਦੇ ਹਿੱਤ 'ਚ ਨਹੀਂ ਹੈਗਾ, ਤੇ ਤੁਸੀਂ ਆਪਣੇ ਪੰਜਾਬ ਦਾ ਐਕਟ ਵਾਪਸ ਕਿਉਂ ਨਹੀਂ ਲਿੱਤਾ ਹੁਣ ਤੱਕ? ਸਰੀਨ ਸਾਹਿਬ ਕਹਿਣ ਤੋਂ ਭਾਵ ਇਹ ਹੈ ਵੀ ਇਹ ਸਾਰੀ ਸਰਕਾਰਾਂ ਰਲ ਮਿਲ ਕੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਹੱਕ 'ਚ ਨੇ, ਪੱਖ 'ਚ ਨੇ। ਤੁਹਾਡਾ ਕਹਿਣ ਤੋਂ ਭਾਵ ਇਹ ਹੈ, ਕਿਉਂਕਿ ਆਪਾਂ ਵੱਖੋ ਵੱਖਰੇ ਮੁਖਤਲਿਫ ਸਿਆਸੀ ਦਲਾਂ ਦਾ ਹਵਾਲਾ ਦੇ ਕੇ ਤੁਸੀਂ ਇਹ ਗੱਲ ਕਰ ਰਹੇ ਹੋ, ਕੀ ਮਤਲਬ ਸਾਰੀਆਂ ਪਾਰਟੀਆਂ ਅੰਦਰ ਖਾਤੇ ਰਾਜ਼ੀ ਨੇ? ਇਹ ਤੇ ਬੜੀ ਕਲੀਅਰ ਗੱਲ ਹੈਗੀ ਹੈ ਜੀ। ਇਹ ਸਿਰਫ ਰਾਜਨੀਤੀ ਕਰ ਰਹੀਆਂ ਨੇ ਕਿਸਾਨੀ ਦੇ ਨਾਂ ਤੇ, ਔਰ ਕਿਸਾਨਾਂ ਨੂੰ ਇੱਕ ਹਥਕੰਡੇ ਦੇ ਰੂਪ 'ਚ ਇਸਤੇਮਾਲ ਕਰ ਰਹੀਆਂ ਨੇ। ਔਰ ਕਿਸਾਨ ਜਿਹੜਾ ਸਮਝੌਤਾ ਹਜੇ ਤੱਕ ਕੇਂਦਰ ਨਾਲ ਨਹੀਂ ਗੱਲ ਸਿਰੇ ਚੜ ਪਾਈ, ਉਹਦੇ 'ਚ ਇਹ ਤਿੰਨੋਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਜੇ ਇਕੱਲਾ ਨਿਰੋਲ ਕਿਸਾਨੀ ਅੰਦੋਲਨ ਹੁੰਦਾ, ਹੁਣ ਤੱਕ ਇਸ ਸਮੱਸਿਆ ਦਾ ਹੱਲ ਹੋ ਚੁੱਕਾ ਹੁੰਦਾ। ਜਦੋਂ ਕੇਂਦਰ ਦੀ ਸਰਕਾਰ ਖੁੱਲੇ ਮਨ ਨਾਲ ਗੱਲ ਕਰ ਰਹੀ ਹੈ, ਫਿਰ ਨੰਬਰ 2 ਇਹ ਜਿਹੜੇ ਦੋਨੋਂ ਕਾਨੂੰਨ ਨੇ ਉਹ ਆਪਸ਼ਨਲ ਨੇ, ਕਿਸੇ ਥੋਪੇ ਨਹੀਂ ਗਏ ਕਿ ਤੁਸੀਂ ਮੰਨਣਾ ਜ਼ਰੂਰੀ ਹੈ। ਤੁਸੀਂ ਪੁਰਾਣੇ ਸਿਸਟਮ 'ਚ ਵੀ ਰਹਿ ਸਕਦੇ ਹੋ, ਤੁਸੀਂ ਨਵੇਂ ਸਿਸਟਮ ਦੇ ਨਾਲ ਵੀ ਕੰਮ ਕਰ ਸਕਦੇ ਹੋ। ਇਟ ਇਜ਼ ਆਪਸ਼ਨਲ, ਤੁਹਾਡੇ ਵਾਸਤੇ ਖੁੱਲੀਆਂ ਨੇ। ਲੇਕਿਨ ਮੇਰਾ ਸਵਾਲ ਤੇ ਇਹ ਹੈ ਕਿ ਜਿਹੜਾ ਕੇਂਦਰ ਦਾ ਐਕਟ ਹੈਗਾ, ਉਹ ਤੇ ਪੰਜਾਬ 'ਚ ਆਲਰੇਡੀ ਲਾਗੂ ਨੇ। ਕੰਟਰੈਕਟ ਫਾਰਮਿੰਗ ਵੀ ਲਾਗੂ ਹੈ, APMC ਵੀ ਲਾਗੂ ਹੈ। ਤੇ ਜਿੱਥੇ ਮੇਨ ਮੰਡੀ ਦੇ ਬਾਹਰ ਮੰਡੀਆਂ ਬਣ ਸਕਦੀਆਂ ਨੇ, ਤੇ ਕੇਂਦਰ ਦਾ ਵਿਰੋਧ ਕਿਸ ਗੱਲ ਦਾ ਇਹ ਪਾਰਟੀਆਂ ਕਰ ਰਹੀਆਂ ਨੇ? ਕਾਂਗਰਸ ਤੁਹਾਡੇ ਸਾਹਮਣੇ 2017 ਦਾ ਐਕਟ, ਕੰਟਰੈਕਟ ਫਾਰਮਿੰਗ ਐਕਟ ਅਕਾਲੀ ਦਲ ਦਾ, ਜਿਹ ਸਿਵਲ ਕੋਰਟ ਦਾ ਵੀ ਇਸ਼ੂ ਹੈ, ਔਰ ਜੇਲ੍ਹ ਭੇਜਣ ਦਾ ਵੀ ਕਿਸਾਨ ਦਾ ਪ੍ਰੋਵੀਜ਼ਨ ਇਹਨਾਂ ਨੇ ਰੱਖਿਆ ਸੀਗਾ। ਇਹ ਕਹਿੰਦੇ ਨੋਟੀਫਾਈ ਨਹੀਂ ਹੋਇਆ। ਮੈਂ ਤੁਹਾਨੂੰ ਨੋਟੀਫਿਕੇਸ਼ਨ ਦੀ ਡੇਟ ਦੇ ਰਿਹਾ ਜੀ। ਭਾਰਤੀ ਜਨਤਾ ਪਾਰਟੀ ਇੱਕ ਕੈਡਰ ਬੇਸਡ ਪਾਰਟੀ ਹੈ, ਉਹਦਾ ਇੱਕ ਵਰਕਿੰਗ ਦਾ ਸਿਸਟਮ ਹੈ। ਚਾਹੇ ਅਨਿਲ ਜੋਸ਼ੀ ਜੀ ਹੋਣ, ਚਾਹੇ ਹੋਰ अन्य ਨੇਤਾ ਹੋਣ, ਉਹਨਾਂ ਨੇ ਇਹ ਕਿਹਾ ਹੈ ਕਿ ਕਿਸਾਨ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਉਹ ਤਾਂ ਅਸੀਂ ਸਾਰੇ ਕਹਿੰਦੇ ਪਏ, ਮੈਂ ਵੀ ਕਹਿਣਾ ਪਿਆ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਜਲਦੀ ਹੋਣਾ ਚਾਹੀਦਾ। ਨਹੀਂ ਫੇਲ ਹੋਣ ਦਾ ਸਵਾਲ ਹੀ ਨਹੀਂ ਜੀ। ਮੈਂ ਕੀ ਕਹਿ ਰਿਹਾ, ਮੈਂ ਚੀਫ ਸਪੋਕਸਪਰਸਨ ਹੋਣ ਦੇ ਨਾਤੇ ਆਫੀਸ਼ੀਅਲੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਸਾਰੀ ਦੀ ਸਾਰੀ ਪਾਰਟੀ ਚਾਹੁੰਦੀ ਹੈ ਕਿ ਕਿਸਾਨੀ ਸਮੱਸਿਆ ਜਿਹੜੀ ਇਸ ਵੇਲੇ ਖੜੀ ਹੋਈ ਹੈ, ਉਹ ਜਲਦ ਤੋਂ ਜਲਦ ਹੱਲ ਹੋਵੇ।